ਗੁਰੂ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਕਹਾਂ ਬੁੱਧ ਪ੍ਰਭ ਤੁਸ਼ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਮੂਕ ਊਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਡੰਡਾਉਤ ਬੰਧਨ ਅਨਿਕ ਬਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਸੁਖਹੁ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪੰਜਵਾ ਬਾਹਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ ਮਿਥਿਆ ਮੋਹ ਬੰਧੈ ਨਿਤ ਪਾਰਚ ਬਾਹਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ ਮਿਥਿਆ ਮੋਹ ਬੰਧੈ ਨਿਤ ਪਾਰਚ ਮਾਧਵੇ ਭਜ ਦਿਨ ਨਿਤ ਰੈਣੀ ਜਨਮ ਪਦਾਰਥ ਜੀਤ ਹਰ ਸਰਣੀ ਰਹਾਉ ਕਰਤ ਵਿਕਾਰ ਦੋ ਕਰ ਝਾਰਤ ਰਾਮ ਰਤਨ ਰਿਦ ਤਿਲ ਨਹੀਂ ਧਾਰਤ ਭਰਨ ਭੁਖਣ ਸੰਗ ਆਉਦ ਬਿਹਾਣੀ
जय जगदीश की गत नहीं जानी। शरण समरथ अगोचर सुआमी। उदर नानक प्रभ अंतर जामी। शरण समरथ अगोचर सुआमी। उधर नानक प्रभ अंतर जामी। वाहेगुरु जी का खालसा वाहेगुरु जी की फतेह। साहिबे कमाल चौर छतर तख्त दे मालिक, करुणा निधान किरपा दे सागर, शब्द अवतार धन धन श्री गुरु ग्रंथ साहिब जी की हजूरी विच सजी ਸਰਬੱਤ संगत जीओ गुरु फतेह प्रवान करो। वाहेगुरु जी का खालसा वाहेगुरु जी की फतेह। आप ਸਰਬੱਤ ਸੰਗਤਾਂ ਵੱਡੇ ਭਾਗਾਂ ਵਾਲੇ ਹੋ ਜੋ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰੇ, ਪਾਤਸ਼ਾਹ ਜੀ ਦੇ ਅੰਮ੍ਰਿਤਮਈ ਅੰਮ੍ਰਿਤ ਵੇਲੇ ਦੇ ਨਿਤਨੇਮ ਸ਼੍ਰਵਣ ਕੀਤੇ ਤੇ ਨਾਲ ਹੀ ਆਪ ਗੁਰੂ ਘਰ ਦੀਆਂ ਸੇਵਾਵਾਂ ਕਰਕੇ ਲਾਹੇ ਪ੍ਰਾਪਤ ਕਰ ਰਹੇ ਹੋ। ਆਓ ਅੰਮ੍ਰਿਤ ਵੇਲੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ ਨੇ ਅੰਮ੍ਰਿਤ ਵੇਲੇ ਦੇ ਪਵਿੱਤਰ ਮੁੱਖ ਵਾਕ ਦੀ ਬਖਸ਼ਿਸ਼ ਕੀਤੀ। ਆਓ ਆਪਾਂ ਕਥਾ ਸ਼੍ਰਵਣ ਕਰੀਏ। ਪਾਤਸ਼ਾਹ ਜੀ ਆਪਣੇ ਅੰਮ੍ਰਿਤ ਵੇਲੇ ਦੇ ਮੁੱਖ ਵਾਕ ਦੇ ਵਿੱਚ ਸਾਨੂੰ ਕੀ ਫਰਮਾਨ ਕਰ ਰਹੇ ਹਨ। ਸੂਹੀ ਮਹੱਲਾ ਪੰਜਵਾ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਅੱਜ ਦਾ ਮੁੱਖ ਵਾਕ ਅੰਮ੍ਰਿਤ ਵੇਲੇ ਦਾ ਹੁਕਮਨਾਮਾ ਆਪਣੇ ਪਵਿੱਤਰ ਅੰਗ 743 ਦੇ ਉੱਪਰੋਂ ਬਖਸ਼ਿਸ਼ ਕੀਤਾ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼ਹੀਦਾਂ ਦੇ ਸਿਰਤਾਜ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਦੇ ਮੁੱਖ ਵਾਕ ਅੱਜ ਦੇ ਮੁੱਖ ਵਾਕ ਨੂੰ ਆਪਣੇ ਮੁਖਾਰ ਬਿੰਦ ਤੋਂ ਸੂਹੀ ਰਾਗਣੀ ਦੇ ਵਿੱਚ ਜੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 31 ਰਾਗਾਂ ਦੇ ਵਿੱਚੋਂ ਜਿਹੜੀ 14ਵੇਂ ਨੰਬਰ ਦੇ ਉੱਪਰ ਆਉਂਦੀ ਹੈ। 14ਵੇਂ ਨੰਬਰ ਦੇ ਉੱਪਰ ਸੂਹੀ ਰਾਗਣੀ ਮਹਾਰਾਜ ਜੀ ਇਸ ਦੇ ਵਿੱਚ ਫਰਮਾਨ ਕਰਦੇ ਹਨ। ਬਹਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ। ਇਸ ਵਿੱਚ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਮੁੱਕਦੀ ਹੋਈ ਜ਼ਿੰਦਗੀ ਵੱਲ ਇੱਕ ਝਾਤ ਮਰਵਾਉਂਦੇ ਹਨ ਕਿ ਹੇ ਜੀਵ ਤੂੰ ਦੇਖਣਾ ਕਰ, ਤੇਰੀ ਉਮਰ ਮੁੱਕਦੀ ਜਾਂਦੀ ਹੈ, ਤੂੰ ਕਦੇ ਵੇਖ ਨਹੀਂ ਰਿਹਾ, ਐਸੀ ਤੇਰੇ ਵਿੱਚ ਅਗਿਆਨਤਾ ਹੈ। ਪਾਤਸ਼ਾਹ ਜੀ ਪਹਿਲੀਆਂ ਮੁੱਖ ਵਾਕ ਦੀਆਂ 2 ਪੰਕਤੀਆਂ ਦੇ ਵਿੱਚ ਮਹਾਰਾਜ ਜੀ ਫਰਮਾਨ ਕਰਦੇ ਹਨ, ਹੇ ਪੁਰਸ਼ਾ ਤੇਰੀ ਜ਼ਿੰਦਗੀ ਉਮਰ ਸੰਸਾਰ ਸਮੁੰਦਰ ਵਿੱਚੋਂ ਬਹਿਤੀ ਰੁੜਦੀ ਜਾਤ ਭਾਵ ਰੁੜਦੀ ਜਾ ਰਹੀ ਹੈ। ਤੇਰੀ ਉਮਰ ਹੈ ਦਿਨੋਂ ਦਿਨ ਘਟ ਰਹੀ ਹੈ। ਉਸ ਰੁੜੀ ਹੋਈ ਜ਼ਿੰਦਗੀ ਵੱਲ ਤੂੰ ਕਦੇ ਕਿਸੇ ਵੇਲੇ ਵੀ ਦ੍ਰਿਸ਼ਟ ਨਿਗਾਹ ਨਹੀਂ ਧਾਰਤ ਕਰਦਾ, ਭਾਵ ਮੁੱਕਦੀ ਹੋਈ ਜ਼ਿੰਦਗੀ ਦੇ ਸਵਾਸਾਂ ਵੱਲ ਕਦੇ ਵੀ ਧਿਆਨ ਨਹੀਂ ਦਿੰਦਾ। ਤੇਰੀ ਬਿਰਤੀ ਸੰਸਾਰ ਦੇ ਵਿਸ਼ਿਆਂ ਰੂਪ ਨਦੀ ਵਿੱਚ ਬਹਿਤੀ ਰੁੜੀ ਜਾ ਰਹੀ ਹੈ। ਹਰ ਵਕਤ ਬਿਰਤੀ ਵਿੱਚ ਵਿਕਾਰਾਂ ਦੀ ਚਿਤਬਨੀ
ਇਸ ਲਈ ਅੰਤਸ਼ਕਰਣ ਦੀ ਬਿਰਤੀ ਹਰ ਵਕਤ ਰੁੜੀ ਜਾ ਰਹੀ ਹੈ। ਜਿੱਥੇ ਰੁੜਨਾ ਸ਼ਬਦ ਆਵੇ, ਰੁੜਨਾ ਹਮੇਸ਼ਾ ਨੀਵੇਂ ਪਾਸੇ ਨੂੰ ਹੀ ਹੁੰਦਾ ਹੈ। ਤਾਂ ਜਿਵੇਂ ਪਾਣੀ ਹਮੇਸ਼ਾ ਨੀਵੇਂ ਪਾਸੇ ਨੂੰ ਰੁੜਦਾ ਤੇ ਰੁੜਦਾ ਜਾਂਦਾ, ਇਸੇ ਤਰ੍ਹਾਂ ਮਨ ਦਾ ਸੁਭਾਅ ਨੀਚ ਕਰਮਾਂ ਵੱਲ, ਭਾਵ ਨੀਵੇਂ ਕਰਮ ਵੱਲ, ਵਿਸ਼ੇ ਵਿਕਾਰਾਂ ਦੇ ਵੱਲ ਨੂੰ ਬੜੀ ਤੇਜ਼ੀ ਦੇ ਨਾਲ ਮਨ ਦੀ ਬਿਰਤੀ ਵਹਿਤੀ ਰੁੜੀ ਜਾਂਦੀ ਹੈ। ਤੂੰ ਕਦੇ ਵਿਚਾਰ ਦ੍ਰਿਸ਼ਟ ਨਿਗਾਹ, ਵਿਚਾਰ ਦ੍ਰਿਸ਼ਟੀ ਨਹੀਂ ਧਾਰਨ ਕਰਦਾ, ਕਿਉਂਕਿ ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਸੂਰਜ ਚੜ੍ਹੈ ਬਜੋਗ, ਸਭ ਸੈ ਘਟੈ ਆਰਜਾ, ਮਨ ਤਨ ਰਤਾ ਭੋਗ, ਕੋਈ ਹਾਰੈ ਕੋ ਜਿਣੈ। ਮਹਾਰਾਜ ਜੀ ਫਰਮਾਨ ਕਰਦੇ ਹਨ, ਨਵੇਂ ਦਿਨ ਦਾ ਨਵਾਂ ਸੂਰਜ ਚੜ੍ਹਨ ਦੇ ਨਾਲ ਤੇਰੀ ਜ਼ਿੰਦਗੀ ਦੇ ਵਿੱਚੋਂ ਇੱਕ ਦਿਨ ਘਟ ਜਾਂਦਾ ਹੈ। ਮਹਾਰਾਜ ਜੀ ਫਰਮਾਨ ਕਰਦੇ ਹਨ, ਉਪਜੈ ਨਿਪਜੈ ਨਿਪਜ ਸਮਾਈ, ਨੈਣਾਂ ਦੇਖਤ ਇਹੋ ਜਗ ਜਾਈ। ਭਾਵ ਪੈਦਾ ਹੁੰਦਾ ਹੈ, ਖਤਮ ਹੋ ਜਾਂਦਾ ਹੈ। ਮਹਾਰਾਜ ਜੀ ਕਹਿੰਦੇ ਖਤਮ ਹੋ ਕਰਕੇ ਵਿੱਚ ਹੀ ਸਮਾ ਜਾਂਦਾ ਹੈ। ਨੈਣਾਂ ਦੇ ਦੇਖਣ ਦੇ ਨਾਲ, ਅੱਖਾਂ ਦੀਆਂ ਨਜ਼ਰਾਂ ਦੇ ਵਿੱਚੋਂ ਸਾਡੇ ਬਹੁਤੇ ਸਾਥੀ, ਸਾਥੋਂ ਬਹੁਤੇ ਵੱਡੇ ਤੇ ਸਾਥੋਂ ਬਹੁਤੇ ਛੋਟੇ ਇਸ ਧਰਤੀ ਤੋਂ ਚਲੇ ਗਏ ਹਨ। ਇਸ ਕਰਕੇ ਮਹਾਰਾਜ ਜੀ ਫਰਮਾਨ ਕਰਦੇ ਹਨ, ਮਿਥਿਆ ਮੋਹ ਬੰਧੈ ਨਿਤ ਪਾਰਚ। ਮਿਥਿਆ ਭਾਵ ਝੂਠੇ ਪਦਾਰਥਾਂ ਸੰਬੰਧੀਆਂ ਦੇ ਮੋਹ ਵਿੱਚ ਨਿਤ ਹਮੇਸ਼ਾ ਦੀ ਪਾਰਚ ਫਸ ਕੇ ਜੰਮਣ ਮਰਨ ਵਿੱਚ ਵੱਜ ਰਿਹਾ ਹੈ। ਪਾਰਚ ਆਪਣੇ ਵਿੱਚ ਪਰਚਾ ਜਾਂ ਫਸਾ ਲੈਣ ਵਾਲੇ ਕੰਮ, ਵਿਸ਼ੇਸ਼ ਕਰਕੇ ਝਗੜੇ ਝਾਂਸੇ। ਮਹਾਰਾਜ ਜੀ ਫਰਮਾਨ ਕਰਦੇ ਹਨ, ਤੂੰ ਮਿਥਿਆ ਜਿਹੜੇ ਕੰਮ ਨੇ, ਮੋਹ ਬੰਧ ਹੈ ਨਿਤ ਪਾਰਚ। ਪਾਰਚ ਦਾ ਮਤਲਬ ਹੈ ਨਿਤ ਦੇ ਨਵੇਂ ਝਗੜਿਆਂ ਦੇ ਵਿੱਚ, ਕਿਤੇ ਕਿਸੇ ਚੀਜ਼ ਦਾ ਝਗੜਾ, ਕਦੇ ਆਪਣੇ ਪਰਿਵਾਰ ਦੇ ਨਾਲ ਝਗੜਾ, ਕਦੇ ਆਪਣੇ ਭਾਈਆਂ ਦੇ ਨਾਲ ਆਪਣੀ ਸੰਪਤੀਆਂ ਪਿੱਛੇ ਝਗੜਾ, ਕਦੇ ਆਪਣੇ ਬੱਚਿਆਂ ਪਿੱਛੇ ਝਗੜਾ, ਕਦੇ ਕਿਸੇ ਪਾਸੇ, ਕਦੇ ਉਹੀ ਲੋਕਾਂ ਦੇ ਝਗੜੇ ਆਪਣੇ ਗਲ ਪਾਉਣ ਵਾਸਤੇ ਫਿਰਦਾ। ਮਹਾਰਾਜ ਜੀ ਫਰਮਾਨ ਕਰਦੇ ਹਨ, ਮਿਥਿਆ ਸੰਗ ਲਪਟਾਏ, ਮੋਹ ਮਾਇਆ ਕਰ ਬਾਂਧੇ। ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਇਹ ਸਾਰਾ ਜਿਹੜਾ ਆਪਾਂ ਦੇਖਦੇ ਹਾਂ ਇੱਕ ਮਿਥਿਆ ਹੋਇਆ ਹੈ। ਭਾਵ ਸਾਡੇ ਜਿਹੜੇ ਅਸੀਂ ਜਿਨ੍ਹਾਂ ਦੇ ਘਰ ਜਨਮ ਲਿਆ, ਸਾਡੇ ਮਾਂ-ਬਾਪ, ਉਹ ਵੀ ਮਿੱਥੇ ਸੀ, ਮਿੱਥੇ ਕਰਕੇ ਹੀ ਉਹ ਸਾਥੋਂ ਦੂਰ ਚਲੇ ਗਏ। ਤੇ ਜਿਹੜੇ ਸਾਡੇ ਘਰ-ਬਾਰ ਹੈ ਇਹ ਵੀ ਮਿਥਿਆ ਹੈ, ਤੇ ਜਿਹੜੇ ਸਾਡੇ ਔਲਾਦ ਹੋਵੇਗੀ ਇਹ ਵੀ ਮਿਥਿਆ, ਕਿਉਂਕਿ ਕਈਆਂ ਦੀ ਔਲਾਦ ਵੀ ਉਹਨਾਂ ਤੋਂ ਪਹਿਲਾਂ ਚਲੀ ਗਈ। ਮਿਥਿਆ ਹੀ ਕਾਰਨ ਹੈ। ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਹੇ ਜੀਵ, ਤੂੰ ਮਿੱਥੇ ਪਦਾਰਥਾਂ ਦੇ ਸੰਗ ਦੇ ਨਾਲ ਲਪਟ ਰਿਹਾ ਹੈ ਤੇ ਕੁਛ ਕੁਸੁੰਬੇ ਰੰਗ ਦੇ ਫੁੱਲਾਂ ਦੇ ਸਮਾਨ ਤੂੰ ਸੁੱਖਾਂ ਵਿੱਚ ਉਲਝ ਰਿਹਾ ਹੈ। ਭਾਵ ਇਹ ਸੁੱਖ ਥੋੜੇ ਦਿਨ ਰਹਿਣ ਵਾਲੇ ਹਨ। ਹੇ ਬਾਬਰੇ ਝੱਲੇ ਜੀਵ, ਜਦੋਂ ਧਰਮ ਰਾਜਾ ਤੈਨੂੰ ਪਕੜੇਗਾ, ਉਦੋਂ ਕਾਲ ਦੇ ਮੁਖ ਵਿੱਚ ਪੈ ਕੇ ਕਲੰਕਤ ਮੁਖ ਹੋ ਕਰਕੇ ਤੂੰ ਇੱਥੋਂ ਚਲਾ ਜਾਵੇਂਗਾ। ਮਾਧਵੇ ਭਜ ਦਿਨ ਨਿਤ ਰਹਿਣੀ। ਹੇ ਭਾਈ, ਸੰਸਾਰ ਸਮੁੰਦਰ ਤੋਂ ਤਰਨਾ ਹੈ। ਮਹਾਰਾਜ ਜੀ ਫਰਮਾਨ ਕਰਦੇ ਹਨ, ਤਾਂ ਨਿਤਾ ਪ੍ਰਤੀ ਰਾਤ ਦਿਨ ਮਾਇਆ ਧਵੇ ਆਸਰੇ ਰੂਪ ਪਰਮਾਤਮਾ ਨੂੰ ਭਜ ਯਾਦ ਕਰਨਾ ਕਰ। ਭਾਵ ਮਾਇਆ ਦੇ ਪਤੀ ਵਾਹਿਗੁਰੂ ਨੂੰ ਨਿਤਾ ਪ੍ਰਤੀ, ਨਿਤ ਦਿਨ ਨਿਤ ਰਹਿਣੀ। ਦਿਨ ਦਾ ਅਰਥ ਦਿਨ ਰਾਤ, ਰਹਿਣੀ ਦਾ ਮਤਲਬ ਰਾਤ। ਤੂੰ ਦਿਨ ਰਾਤ ਕਰਕੇ ਵਾਹਿਗੁਰੂ ਨੂੰ ਯਾਦ ਕਰਨਾ ਕਰ। ਜਿਵੇਂ ਮਹਾਰਾਜ ਜੀ ਹੋਰ ਗੁਰਬਾਣੀ ਦੇ ਵਿੱਚ ਹੋਰ ਸ਼ਬਦਾਂ ਦੇ ਵਿੱਚ ਫਰਮਾਨ ਕਰਦੇ ਹਨ, ਦਿਨ ਸਰੈਣ ਆਰਾਧ ਸਮਾਲੇ ਸਾਹ ਸਾਹ। ਮਹਾਰਾਜ ਜੀ ਫਰਮਾਨ ਕਰਦੇ ਹਨ, ਦਿਨ ਸਰੈਣ ਕਰਕੇ ਤੂੰ ਵਾਹਿਗੁਰੂ ਨੂੰ ਜਪਣਾ ਕਰ। ਸਾਹਾਂ ਸਾਹਾਂ ਦੇ ਵਿੱਚ
ਰਦਨਾ ਕਰ ਸਿਮਰੋ ਆਪਣਾ ਸਾਈ। ਦਿਨ ਸਰੈਣ ਸਦ ਧਿਆਈ। ਆਪਣਾ ਸਾਈ ਵਾਹਿਗੁਰੂ ਅਕਾਲ ਪੁਰਖ ਨੂੰ ਸਿਮਰਨਾ ਕਰ, ਦਿਨ ਰਾਤੀ ਅਰਾਧ ਹੋ ਪਿਆਰੋ। ਨਿਮਖ ਨਾ ਕੀਜੈ ਢੀਲਾ। ਪਾਤਸ਼ਾਹ ਜੀ ਦਾ ਫਰਮਾਨ ਹੈ, ਇਹ ਪਿਆਰਿਆ, ਦਿਨ ਨਿਤ ਕਰਕੇ ਇੰਨਾ ਜਾਪਣਾ ਕਰ, ਇੱਕ ਮਿੰਟ ਵੀ ਇੱਕ ਸਕਿੰਟ ਵੀ ਢਿੱਲਾ ਨਾ ਛੱਡ, ਤੇ ਵਾਹਿਗੁਰੂ ਵਾਹਿਗੁਰੂ ਜਪਦਾ ਕਰ। ਜਨਮ ਪਦਾਰਥ ਜੀਤ ਹਰ ਸਰਣੀ। ਹਰੀ ਵਾਹਿਗੁਰੂ ਦੀ ਸਰਣੀ ਸ਼ਰਨ ਵਿੱਚ ਪੈ ਕਰਕੇ ਆਪਣੇ ਅਮੋਲਕ ਮਨੁੱਖਾ ਜਨਮ ਨੂੰ, ਜਿਹੜਾ ਮਨੁੱਖਾ ਜਨਮ ਰੂਪ ਸਾਨੂੰ ਮਿਲਿਆ ਹੈ, ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਇਹਨੂੰ ਸਿਮਰ ਸਿਮਰ ਕਰਕੇ ਪ੍ਰਮਾਤਮਾ ਦੀ ਸੇਵਾ ਦੇ ਵਿੱਚ ਲੱਗ ਕਰਕੇ ਜਿੱਤਣਾ ਕਰ। ਪਾਤਸ਼ਾਹ ਜੀ ਦਾ ਫਰਮਾਨ ਹੈ, ਜਨਮ ਪਦਾਰਥ ਜੀਤੀ ਹੈ, ਜਪ ਹਰ ਬੈਰਾਗਰ। ਸਭ ਪਵਹੁ ਸਰਨ ਸਤਿਗੁਰੂ ਕੀ, ਬਿਨਸੈ ਦੁਖ ਦਾਗਰ। ਮਹਾਰਾਜ ਜੀ ਦਾ ਫਰਮਾਨ ਹੈ, ਕਰਤ ਵਿਕਾਰ ਦੋ ਕਰ ਝਾਰਤ। ਪਾਤਸ਼ਾਹ ਜੀ ਰਹਾਉ ਦਾ ਵਿਸ਼ਰਾਮ ਦੇ ਕਰਕੇ ਅੱਗੇ ਫਰਮਾਨ ਕਰਦੇ ਹਨ, ਹੈ ਜੀਵ ਦੋਏ ਹੱਥ ਝਾਰ ਕਰਕੇ, ਭਾਵ ਇਥੋਂ ਸੰਸਾਰ ਤੋਂ ਨਿਸੰਗ ਹੋ ਕਰਕੇ ਵਿਕਾਰਾਂ ਨੂੰ ਕਰਦਾ ਹੈ। ਜਿਸ ਤਰ੍ਹਾਂ ਜੁਆਰੀ ਜੂਏ ਵਿੱਚ ਦੋਏ ਹੱਥ ਝਾੜ ਕਰਕੇ ਜੂਆ ਹਾਰ ਕਰਕੇ ਚਲਿਆ ਜਾਂਦਾ ਹੈ, ਤਾਂ ਇਸੇ ਤਰ੍ਹਾਂ ਸਾਰੀ ਉਮਰ ਵਿਕਾਰ ਕਰਦਿਆਂ ਅੰਤ ਨੂੰ ਜੀਵ ਮਨੁੱਖਾ ਜਨਮ ਦੀ ਬਾਜੀ ਹਾਰ ਕੇ ਦੋਵੇਂ ਹੱਥ ਝਾੜ ਕੇ, ਭਾਵ ਖਾਲੀ ਹੱਥ ਚਲਾ ਜਾਂਦਾ ਹੈ। ਸਾਰੀ ਉਮਰ ਵਿਕਾਰ ਕਰਦਾ, ਭਾਵ ਵਿਸ਼ੇ ਭੋਗਦਾ, ਤੇ ਅੰਤ ਨੂੰ ਦੋਵੇਂ ਹੱਥ ਝਾੜਦਾ ਹੀ ਰਹਿ ਜਾਂਦਾ ਹੈ। ਮਹਾਰਾਜ ਜੀ ਫਰਮਾਨ ਕਰਦੇ ਹਨ, ਕਹਿ ਕਬੀਰ ਕਿਛ ਗੁਣ ਵਿਚਾਰ, ਚੱਲੇ ਜੁਆਰੀ ਦੋਏ ਹੱਥ ਝਾਰ। ਮਹਾਰਾਜ ਜੀ ਕਹਿੰਦੇ, ਇਸ ਸੰਸਾਰ ਦੇ ਉੱਪਰ ਜੋ ਪ੍ਰਮਾਤਮਾ ਦਾ ਸਿਮਰਨ ਨਹੀਂ ਕਰਦੇ, ਜੋ ਸੇਵਾ ਦੇ ਵਿੱਚ ਨਹੀਂ ਲੱਗਦੇ, ਉਹ ਇੱਥੋਂ ਦੋਨੇ ਹੱਥ ਝਾੜ ਕਰਕੇ ਚਲੇ ਜਾਂਦੇ ਹਨ। ਇਸ ਪੰਕਤੀ ਵਿੱਚ ਕਬੀਰ ਜੀ ਫਰਮਾਉਂਦੇ ਹਨ ਕਿ ਹੈ ਜੀਵ, ਕੁਝ ਪ੍ਰਮਾਤਮਾ ਦੀ ਪ੍ਰਾਪਤੀ ਦੇ ਗੁਣਾਂ ਨੂੰ ਵਿਚਾਰਨਾ ਕਰ, ਨਹੀਂ ਹਾਰੇ ਹੋਏ ਜੁਆਰੀ ਦੀ ਤਰ੍ਹਾਂ ਤੇਰੀ ਹਾਲਤ ਹੋ ਜਾਵੇਗੀ। ਜਿਸਨੇ ਜੂਏ ਦੀ ਬਾਜੀ ਵਿੱਚ ਧਰਮ ਪੁੱਤਰ, ਜਿਹਨੂੰ ਯੁਧਿਸ਼ਟਰ ਵਾਂਗ ਸਭ ਕੁਝ ਹਾਰ ਦਿੱਤਾ ਹੋਵੇ ਤੇ ਖਾਲੀ ਹੱਥ ਝਾੜ ਕੇ ਆਪਣੇ ਘਰ ਨੂੰ ਤੁਰ ਗਿਆ ਹੋਵੇ, ਇਸ ਤਰ੍ਹਾਂ ਸੰਸਾਰ ਜੂਏ ਵਿੱਚ ਸਵਾਸਾਂ ਰੂਪੀ ਪੂੰਜੀ ਨੂੰ ਹਾਰ ਕਰਕੇ ਜੀਵ ਰੂਪ ਜੁਆਰੀਆਂ ਸੰਸਾਰ ਤੋਂ ਚਲਾ ਜਾਵੇਗਾ। ਇੱਕ ਸਧਾਰਨ ਜੀਵ ਦੀ ਤਾਂ ਗੱਲ ਹੀ ਕੀ ਹੈ, ਇਸ ਵਿੱਚ, ਇਸ ਸੰਸਾਰ ਦੇ ਵਿੱਚ ਵੱਡੇ ਵੱਡੇ ਰਾਜੇ ਮਹਾਰਾਜੇ ਸਮਰਾਟ ਪੈਦਾ ਹੋਏ, ਪਰ ਅੰਤ ਨੂੰ ਸਭ ਕੁਝ ਛੱਡ ਕਰਕੇ ਤੁਰ ਗਏ। ਜਿਸ ਨੂੰ ਮੇਰੀ ਮੇਰੀ ਕਰਦੇ ਰਹੇ, ਪਰ ਜਾਂਦੀ ਵਾਰ ਕੁਝ ਵੀ ਨਾਲ ਨਹੀਂ ਲਿਜਾ ਸਕੇ, ਖਾਲੀ ਹੱਥ ਤੁਰ ਗਏ ਹਨ। ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ੍ਰੀ ਰਾਗ ਦੇ ਵਿੱਚ ਫਰਮਾਨ ਕਰਦੇ ਹਨ, ਮੇਰੀ ਮੇਰੀ ਕਿਆ ਕਰਹਿ, ਜਿਨ ਦੀਆ ਸੋ ਪ੍ਰਭ ਲੋੜ, ਸਰ ਪਰ ਉੱਠੀ ਚੱਲਣਾ, ਛੱਡ ਜਾਸੀ ਲੱਖ ਕਰੋੜ। ਮਹਾਰਾਜ ਜੀ ਕਹਿੰਦੇ, ਜਿਹੜਾ ਤੂੰ ਕਮਾਇਆ ਨਾ ਠੱਗੀਆਂ ਮਾਰ ਮਾਰ ਕੇ, ਉਹ ਇੱਥੇ ਹੀ ਛੱਡਣਾ ਪਵੇਗਾ। ਮਹਾਰਾਜ ਜੀ ਦਾ ਫਰਮਾਨ ਹੈ, ਭਗਤ ਕਬੀਰ ਸਾਹਿਬ ਜੀ ਫਰਮਾਨ ਕਰਦੇ ਹਨ, ਕਬੀਰ ਇਹੋ ਤਨ ਜਾਏਗਾ, ਸਕੋ ਤਾਂ ਲੇਹੋ ਬਹੋਰ, ਨਾਂਗੇ ਪਾਵਹੁ ਤੇ ਗਏ, ਜਿਨ ਕੇ ਲਾਖ ਕਰੋੜ। ਇੱਥੇ ਵੱਡੇ ਵੱਡੇ ਦੋਨੇ ਹੱਥ ਝਾੜ ਕਰਕੇ ਚਲੇ ਗਏ ਹਨ। ਔਰੰਗਜ਼ੇਬ ਬਾਦਸ਼ਾਹ, ਜੋ ਹਿੰਦੁਸਤਾਨ ਦਾ ਚੱਕਰਵਰਤੀ ਰਾਜਾ ਜਾਣਿਆ ਜਾਂਦਾ ਹੈ, ਇਹਦੇ ਜ਼ੁਲਮਾਂ ਦੀ ਜਿਹੜੀ ਕੋਈ ਵੀ ਅੰਤ ਨਹੀਂ ਪਾ ਸਕਦਾ, ਆਪਣੇ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦਾ, ਤੇ ਨਾ ਹੀ ਕੋਈ ਅੱਖਰਾਂ ਦੇ ਵਿੱਚ ਲਿਖ ਸਕਦਾ ਹੈ। ਉਸਦੇ ਰਾਜ ਵਿੱਚ ਇਤਨੇ ਜ਼ੁਲਮ ਹੋਏ ਕਿ ਉਸਨੇ ਵੱਡੇ ਵੱਡੇ ਮਹਾਪੁਰਸ਼ ਬ੍ਰਹਮ ਗਿਆਨੀਆਂ ਨੂੰ ਵੀ ਆਪਣੇ ਜ਼ੁਲਮ ਦੀ ਅੱਗ ਦੇ ਵਿੱਚ ਸਾੜਿਆ। ਹਿੰਦੂਆਂ ਦੇ ਵਿੱਚੋਂ ਅਮੋਘ ਨਾਥ ਬ੍ਰਹਮ ਗਿਆਨੀ, ਮੁਸਲਮਾਨਾਂ ਵਿੱਚੋਂ ਬ੍ਰਹਮ ਗਿਆਨੀ ਸਰਮਦ ਫਕੀਰ, ਆਪਣੇ ਸਕੇ ਭਰਾ ਬ੍ਰਹਮ ਗਿਆਨੀ ਦਾਰਾ ਸ਼ਕੋ, ਤੇ ਸਿੱਖਾਂ ਦੇ 9ਵੇਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਉਹਨਾਂ ਦੇ ਬ੍ਰਹਮ ਗਿਆਨੀ ਸਿੱਖ ਭਾਈ ਮਤੀ ਦਾਸ
ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਸਾਹਿਬ ਨੂੰ ਵਰਗੇ ਮਹਾਂਪੁਰਸ਼ਾਂ ਨੂੰ ਸ਼ਹੀਦ ਕੀਤਾ ਤੇ ਹੋਰ ਅਨੇਕਾਂ ਜ਼ੁਲਮਾਂ ਤੇ ਵਿਕਾਰਾਂ ਭਰੀ ਜ਼ਿੰਦਗੀ ਪੂਰੀ ਕਰਕੇ ਜਦੋਂ ਸੰਸਾਰ ਤੋਂ ਜਾਣ ਲੱਗਾ ਤਾਂ ਇਹਨੇ ਆਪਣੀ ਅੰਤਮ ਇੱਛਾ ਜ਼ਾਹਰ ਕੀਤੀ। ਆਪਣੀ ਅੰਤਮ ਵਸੀਅਤ ਵਿੱਚ ਲਿਖਦਾ ਹੈ ਜਿਸ ਵਿੱਚ ਉਹ ਕਹਿੰਦਾ ਵੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਮੈਂ ਹਿੰਦੁਸਤਾਨ ਦਾ ਚੱਕਰਵਰਤੀ ਰਾਜਾ ਬਾਦਸ਼ਾਹ ਰਿਹਾ, ਪਰ ਇਹ ਵੀ ਸੱਚ ਹੈ ਕਿ ਜ਼ਿੰਦਗੀ ਦੇ ਵਿੱਚੋਂ ਮੇਰੇ ਕੋਲੋਂ ਕੋਈ ਚੰਗਾ ਕੰਮ ਨਹੀਂ ਹੋਇਆ। ਔਰੰਗਜ਼ੇਬ ਬਾਦਸ਼ਾਹ ਮਰਨ ਦੇ ਸਮੇਂ ਜਦੋਂ ਮੰਜੇ ਤੇ ਪੈ ਗਿਆ, ਬਿਮਾਰ, ਆਖਰੀ ਸਾਹਾਂ ਤੇ ਸੀ, ਉਹਨੇ ਆਪਣੀ ਵਸੀਅਤ ਦੇ ਵਿੱਚ ਇਹ ਲਿਖਿਆ ਕਿ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਮੈਂ ਹਿੰਦੁਸਤਾਨ ਦਾ ਚੱਕਰਵਰਤੀ ਰਾਜਾ ਰਿਹਾ, ਤੇ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਮੈਥੋਂ ਰਾਜ ਕਰਦਿਆਂ ਹੋਇਆਂ ਕੋਈ ਵੀ ਚੰਗਾ ਕੰਮ ਨਹੀਂ ਹੋਇਆ। ਤੇ ਉਹਨੇ ਇਹ ਵਸੀਅਤ ਦੇ ਆਪਣੀ ਅੰਤਮ ਇੱਛਾ ਜ਼ਾਹਰ ਕਰਦਿਆਂ ਹੋਇਆਂ ਕਿਹਾ ਕਿ ਮੇਰੇ ਕੋਲੋਂ ਵੱਡੇ ਵੱਡੇ ਪਾਪ ਕਰਮ ਹੋਏ, ਜਿਨ੍ਹਾਂ ਦਾ ਪਛਤਾਵਾ ਲੈ ਕੇ ਮੈਂ ਸੰਸਾਰ ਤੋਂ ਜਾ ਰਿਹਾ। ਮੇਰੀ ਅੰਤਮ ਇੱਛਾ ਇਹ ਹੈ ਕਿ ਮੇਰੇ ਮਰਨ ਤੋਂ ਬਾਅਦ ਮੇਰੇ ਜਨਾਜ਼ੇ ਨਾਲ ਬਹੁਤੇ ਲੋਕਾਂ ਦੀ ਭੀੜ ਨਾ ਕੀਤੀ ਜਾਵੇ, ਬਹੁਤੇ ਲੋਕ ਮੇਰੇ ਮਗਰ ਨਾ ਜਾਣ, ਕਿਉਂਕਿ ਮੈਂ ਪਾਪੀ ਹਾਂ। ਉਹ ਮੰਨ ਰਿਹਾ ਵੀ ਮੈਂ ਪਾਪੀ ਹਾਂ, ਪਰ ਅਸੀਂ ਇੱਥੇ ਪਾਪ ਕਰਕੇ ਵੀ ਨਹੀਂ ਮੰਨਦੇ ਵੀ ਮੈਂ ਪਾਪੀ ਹਾਂ। ਪਰ ਔਰੰਗਜ਼ੇਬ ਨੇ ਮੰਨਿਆ ਵੀ ਮੈਂ ਪਾਪੀ ਹਾਂ, ਮੈਥੋਂ ਪਾਪ ਹੋਏ ਨੇ, ਲਿਖ ਕੇ ਵੀ ਗਿਆ। ਅੱਜ ਵੀ ਉਹਦੀ ਮਿਊਜ਼ੀਅਮ ਦੇ ਵਿੱਚ ਉਹ ਲਿਖਤਾਂ ਪਈਆਂ ਨੇ ਵੀ ਮੰਨਿਆ ਵੀ ਮੈਂ ਪਾਪੀ, ਪਰ ਅਸੀਂ ਪਾਪ ਵੀ ਕਰਦੇ ਹਾਂ ਤੇ ਪਾਪੀ ਵੀ ਨਹੀਂ ਬਣਦੇ। ਅਸੀਂ ਪਾਪ ਕਰਕੇ ਪੁੰਨੀ ਬਣਦੇ ਹਾਂ। ਤੇ ਉਹ ਕਹਿਣ ਲੱਗਾ ਮੇਰੀ ਅੰਤਮ ਇੱਛਾ ਹੈ ਕਿ ਮੇਰੇ ਮਰਨ ਤੋਂ ਬਾਅਦ ਮੇਰੇ ਜਨਾਜ਼ੇ ਦੇ ਨਾਲ ਨਾ ਜਾਵੇ ਕੋਈ, ਮੇਰੇ ਅੰਤਮ ਯਾਤਰਾ ਦੇ ਵਿੱਚ ਕੋਈ ਸ਼ਾਮਲ ਨਾ ਹੋਵੇ, ਨਹੀਂ ਲੋਕਾਂ ਨੂੰ ਜਾਣਾ ਚਾਹੀਦਾ, ਤੇ ਸਾਦੇ ਤਰੀਕੇ ਨਾਲ ਮੈਨੂੰ ਦਫਨਾਇਆ ਜਾਵੇ, ਸਾਦੇ ਤਰੀਕੇ ਦੇ ਨਾਲ। ਜਿਹੜੀ ਮੈਂ ਆ ਪਾਪ ਕਮਾਈ ਕੀਤੀ ਹੈ ਨਾ, ਲੜਾਈਆਂ ਝਗੜੇ ਕਰ ਕਰਕੇ ਪੈਸੇ ਖੋਏ ਨੇ, ਰਾਜ ਭਾਗ ਜਿੱਤ ਕੇ ਵਧਾਏ, ਇਸ ਰਾਜ ਭਾਗ ਦੇ ਵਿੱਚੋਂ ਮੇਰੀ ਕਬਰ ਤੇ ਮੇਰੇ ਸੰਸਕਾਰ ਤੇ ਇੱਕ ਵੀ ਪੰਜੀ ਨਹੀਂ ਲੱਗਣੀ ਚਾਹੀਦੀ। ਔਰੰਗਜ਼ੇਬ ਬਾਦਸ਼ਾਹ ਕਹਿੰਦਾ ਇਸ ਕਮਾਈ ਦੇ ਵਿੱਚੋਂ ਕਿਤੇ ਤੁਸੀਂ ਕਹੋ ਵੀ ਇਹਦੇ ਨਾਲ ਆ ਫਲਾਣੀਆਂ ਚੀਜ਼ਾਂ ਰੱਖ ਦਿਓ, ਜਿਵੇਂ ਮੁਸਲਮਾਨਾਂ ਦੀ ਸੰਸਕਾਰ ਦੀ ਵਿਧੀ ਹੈ ਵੀ ਆਹ ਚੀਜ਼ਾਂ ਰੱਖ ਦਿਓ। ਕਹਿੰਦਾ ਨਹੀਂ, ਕੋਈ ਨਹੀਂ ਹੋਣਾ ਚਾਹੀਦੀ। ਕਹਿੰਦਾ ਜਦੋਂ ਮੇਰੀ ਔਰੰਗਜ਼ੇਬ ਇੱਕ ਬਾਦਸ਼ਾਹ ਸੀ, ਉਹ ਵਿਹਲਾ ਸਮਾਂ ਟੋਪੀਆਂ ਬੁਣਦਾ ਹੁੰਦਾ ਸੀ, ਟੋਪੀਆਂ ਬੁਣ ਕਰਕੇ ਫਿਰ ਉਹ ਵੇਚਦਾ ਸੀ, ਟੋਪੀਆਂ ਦਿੰਦਾ ਸੀ ਵੇਚਣ ਵਾਲਿਆਂ ਨੂੰ ਤੇ ਉਹ ਗਾਹਾਂ ਵੇਚਦੇ। ਤੇ ਉਹ ਵਿਹਲੇ ਸਮੇਂ ਦੇ ਵਿੱਚ ਸ਼੍ਰੀ ਕੁਰਾਨ, ਜਿਹੜੀ ਮੁਸਲਮਾਨਾਂ ਦਾ ਗ੍ਰੰਥ ਹੈ ਪਵਿੱਤਰ ਸ਼੍ਰੀ ਕੁਰਾਨ, ਉਹਨੂੰ ਲਿਖਦਾ ਸੀ, ਲਿਖ ਕਰਕੇ ਉਹਦੀਆਂ ਪੋਥੀਆਂ ਵਿਕਦੀਆਂ ਸੀ, ਉਹ ਵੇਚਦਾ ਸੀ। ਫਿਰ ਉਹ ਪੈਸੇ ਇਕੱਠੇ ਕਰਦਾ ਸੀ ਤੇ ਉਹ ਕਹਿਣ ਲੱਗਾ ਵੀ ਕੁਛ ਤਾਂ ਜਿਹੜੇ ਪੈਸੇ ਸੀ ਮੈਂ ਆਪਣੀ ਬਿਮਾਰੀ ਦੇ ਵਿੱਚ ਲਾ ਦਿੱਤੇ, ਜਿਹੜੇ ਪੈਸੇ ਕਮਾਏ ਸੀ ਮੈਂ ਕਿਰਤ ਕਰਕੇ, ਤੇ ਹੁਣ ਮੇਰੇ ਕੋਲ 1 ਰੁਪਈਆ 4 ਆਨੇ ਬਾਕੀ ਹਨ। ਕਹਿੰਦੇ 1 ਰੁਪਈਆ 4 ਆਨਿਆਂ ਦੇ ਵਿੱਚੋਂ ਹੀ ਮੇਰਾ ਕੱਫਣ ਲਿਆਉਣਾ ਤੁਸੀਂ ਨੇ, ਇਹਦੇ ਵਿੱਚੋਂ ਕੱਫਣ ਲਿਆਉਣਾ, ਰਾਜ ਭਾਗ ਵਾਲੇ ਜਿਹੜੀ ਮੇਰੀ ਪਾਪ ਦੀ ਕਮਾਈ ਆ ਉਹਦੇ ਵਿੱਚੋਂ ਮੇਰਾ ਕੱਫਣ ਨਹੀਂ ਲਿਆਉਣਾ। ਤੇ ਉਸ ਤੋਂ ਬਾਅਦ ਇਹਨਾਂ ਪੈਸਿਆਂ ਦੇ ਵਿੱਚੋਂ ਹੀ ਮੇਰੇ ਜਿਹੜੇ ਕਬਰ ਪੱਟਣਗੇ, ਜਿਹੜੇ ਮਜ਼ਦੂਰ ਕਬਰ ਪੱਟਣ ਵਾਲੇ ਲੱਗਦੇ ਨੇ, ਉਹਨਾਂ ਨੂੰ ਕਬਰ ਪੱਟਣ ਦੀ ਦਿਹਾੜੀ ਦੇਣੀ ਹੈ ਇਹਨਾਂ ਪੈਸਿਆਂ ਦੇ ਵਿੱਚੋਂ। ਤੇ ਕਿਉਂਕਿ ਉਦੋਂ ਰੁਪਈਏ ਦਾ ਬਹੁਤ ਵੱਡਾ ਮੁੱਲ ਸੀ, ਤੇ ਇਸ ਕਰਕੇ ਮੇਰੇ ਸਰੀਰ ਨੂੰ ਉਸ ਖੱਦਰ ਵਿੱਚ ਲਪੇਟ ਕੇ ਕਬਰ ਵਿੱਚ ਦਫਨਾਇਆ ਜਾਵੇ। ਜਿਸ ਵੇਲੇ ਮੇਰਾ ਜਨਾਜ਼ਾ ਮੇਰੇ ਮਹਿਲਾਂ ਤੋਂ ਬਾਹਰ ਨਿਕਲੇ ਨਾ, ਤੇ ਮੇਰੇ ਦੋਨੇ ਹੱਥ ਬਾਹਰ ਕੱਢ ਕੇ ਰੱਖਣੇ ਨੇ ਜਨਾਜ਼ੇ ਦੇ ਵਿੱਚ, ਤੇ ਦੁਨੀਆ ਦੇਖੇ ਕਿ ਜਿਨ੍ਹਾਂ ਹੱਥਾਂ ਦੇ ਨਾਲ ਮੈਂ ਬੜੇ ਪਾਪ ਕਰਮ ਕੀਤੇ, ਬੜੇ ਵਿਕਾਰ ਕਰਦਾ ਰਿਹਾ, ਅੱਜ ਮੈਂ ਉਹਨਾਂ ਹੱਥਾਂ ਨੂੰ ਖਾਲੀ ਲੈ ਕੇ ਜਾ ਰਿਹਾ। ਮੈਂ ਕੁਝ ਵੀ ਨਹੀਂ, ਜਿਹੜਾ ਇਕੱਠਾ ਕੀਤਾ, ਲੜਾਈਆਂ ਕਰ ਕਰਕੇ ਆਪਣੇ 5 ਭਰਾਵਾਂ ਦਾ ਕਤਲ ਕੀਤਾ, ਆਪਣੇ ਪਿਓ ਦਾ ਕਤਲ ਕੀਤਾ, ਤੇ ਆਪਣੀ ਭੈਣ ਦਾ ਕਤਲ ਕੀਤਾ। ਮੈਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਬੱਚਿਆਂ ਨੂੰ ਸ਼ਹੀਦ ਕਰਵਾਇਆ। ਮੈਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਝੂਠੀਆਂ ਕਸਮਾਂ ਖਾ ਕਰਕੇ
ਉਹਨਾਂ ਨੂੰ ਕਿਲੇ ਦੇ ਵਿੱਚੋਂ ਬਾਹਰ ਕੱਢਿਆ ਤੇ ਮੈਂ ਇਹਨਾਂ ਪਾਪੀਆਂ ਇਹਨਾਂ ਹੱਥਾਂ ਨੂੰ ਬਾਹਰ ਕੱਢ ਦਿਓ। ਤੇ ਮਹਾਰਾਜ ਜੀ ਫੁਰਮਾਨ ਕਰਦੇ ਹਨ ਕਿ ਵੀਰ ਕੌਡੀ ਕੌਡੀ ਜੋਰ ਕੈ ਜੋਰੈ ਲੱਖ ਕਰੋੜ, ਚਲਤੀ ਵਾਰ ਨਾ ਕਛ ਮਿਲਿਓ ਲਈ ਲੰਗੋਟੀ ਤੋਰ। ਹੁਣ ਆਪਣੇ ਨਾਲ ਵੀ ਇਹੀ ਆ, ਜਿੰਨਾ ਆਪਾਂ ਜੋੜੀ ਜਾਂਦੇ ਆ ਨਾ, ਜਮਾ ਕਰ ਕਰਕੇ ਜੋੜੀ ਜਾਂਦੇ ਆ, ਬਣਾਈ ਜਾਂਦੇ ਆ, ਤੇ ਜੇ 2 ਵਜੇ ਡੈਥ ਹੋ ਗਈ ਨਾ, ਪਿਛਲੇ ਪੈਰ 2 ਵਜੇ ਮੌਤ ਹੋ ਜਾਂਦੀ ਹੈ, ਫਿਰ ਮੇਰੇ ਵਰਗੇ ਕਹਿਣ ਲੱਗ ਜਾਂਦੇ ਨੇ ਵੀ ਰਾਤ ਦੀ ਵੀ ਖਾਉਂਦੀਆਂ ਨੂੰ ਹੁਣੀ ਨਿਬੇੜ ਦਿਓ, ਆਖੋ ਸਤਨਾਮ ਭਾਵ ਛੇਤੀ ਕਰੋ। ਤੇ ਫਿਰ ਜੇ ਕੋਈ ਕਹੇ ਕੱਫਣ ਮੈਂ ਮਹਿੰਗਾ ਪਾਉਣਾ, ਕਦੇ ਇਹਨੇ ਤਾਂ ਮਚਾਉਣਾ ਹੀ ਆਪਾਂ ਨੇ। ਇੱਥੋਂ ਤੱਕ ਪਹਿਲਾਂ ਆਪਾਂ ਦੇਖਦੇ ਸੀ ਵੀ ਜਿਹੜੇ ਕੱਫਣ ਰਿਸ਼ਤੇਦਾਰ ਲੈ ਕੇ ਆਉਂਦੇ ਸੀ ਉਹ ਵੀ ਵਿੱਚ ਹੀ ਸੰਸਕਾਰ ਕਰਦੇ ਸੀ ਪਿਛਲੇ ਸਮੇਂ ਦੇ ਵਿੱਚ। ਹੁਣ ਆਪਾਂ ਉਹ ਵੀ ਲਾ ਲੈਣੇ ਵੀ ਕੋਈ ਬਹੁਤ ਹੈ, ਆਖੋ ਸਤਨਾਮ ਭਾਵ ਹੁਣ ਕੁਛ ਵੀ ਨਹੀਂ। ਪਾਤਸ਼ਾਹ ਜੀ ਫੁਰਮਾਨ ਕਰਦੇ ਹਨ, ਕਹਿੰਦੇ ਭਾਈ ਕੌਡੀ ਕੌਡੀ ਜੋਰ ਕੈ ਜੋਰੈ ਲੱਖ ਕਰੋੜ, ਚਲਤੀ ਵਾਰ ਨਾ ਕਛ ਮਿਲਿਓ ਲਈ ਲੰਗੋਟੀ ਤੋਰ। ਲੰਗੋਟੀ ਵੀ ਤੋੜ ਲੈਣੀ ਆ ਵੀ ਇਹਦੇ ਵਿੱਚ ਵੀ ਕੁਝ ਨਾ ਪਿਆ ਹੋਵੇ ਇਹਦਾ। ਪਾਤਸ਼ਾਹ ਜੀ ਫੁਰਮਾਨ ਕਰਦੇ ਹਨ, ਕਹਿੰਦੇ ਭਾਈ ਰਾਮ ਰਤਨ ਰਿਦ ਤਿਲ ਨਹੀਂ ਧਾਰਤ। ਰਤਨਾਂ ਦੀ ਨਿਆਈ ਅਮੋਲਕ ਪਰਮੇਸ਼ਰ ਦੇ ਨਾਮ ਨੂੰ ਤੂੰ ਹਿਰਦੇ ਦੇ ਵਿੱਚ ਤਿਲ ਮਾਤਰ ਵੀ ਨਹੀਂ ਧਾਰਦਾ, ਨਹੀਂ ਧਿਆਉਂਦਾ ਕਰਦਾ। ਭਰਨ ਭੋਖਣ ਸੰਗ ਆਉਦ ਬਿਹਾਣੀ, ਜੈ ਜਗਦੀਸ਼ ਕੀ ਗਤ ਨਹੀਂ ਜਾਣੀ। ਤੂੰ ਬਸ ਇਸੇ ਵਿੱਚ ਲੱਗਿਆ ਰਿਹਾ, ਸਰੀਰ ਦੇ ਭਰਨ ਪਾਲਣ ਪੋਖਣ ਵਿੱਚ। ਪੇਟ ਨੂੰ ਭਰ ਲਿਆ, ਪਲੋਸ ਲਿਆ, ਪੇਟ ਭਰ ਕੇ ਛਕ ਲਿਆ ਤੇ ਫਿਰ ਪੈ ਗਿਆ। ਮਹਾਰਾਜ ਜੀ ਫੁਰਮਾਨ ਕਰਦੇ ਹਨ, ਕਹਿੰਦੇ ਇਸੇ ਦੇ ਵਿੱਚ ਤੂੰ ਸਾਰੀ ਆਪਣੀ ਜ਼ਿੰਦਗੀ ਹੈ, ਉਮਰ ਹੈ, ਉਹ ਟਪਾ ਦਿੱਤੀ। ਜੈ ਜਗਦੀਸ਼ ਕੀ ਗਤ ਨਹੀਂ ਜਾਣੀ, ਜਿਸ ਜਗਦੀਸ਼ ਦੀ ਸਾਰੀ ਜੈ ਹੋ ਰਹੀ, ਜਿਸਨੇ ਤੇਰੀ ਜੈ ਕਰਨੀ ਹੈ, ਉਸ ਜਗਦੀਸ਼ ਦੀ ਗਤ ਰੀਤ ਨੂੰ ਤੂੰ ਨਹੀਂ ਜਾਣੀ, ਨਹੀਂ ਤੂੰ ਅਪਣਾਇਆ ਭਾਵ ਪਰਮਾਤਮਾ ਵਾਹਿਗੁਰੂ ਦਾ ਸਿਮਰਨ ਨਹੀਂ ਕੀਤਾ। ਮਹਾਰਾਜ ਜੀ ਦਾ ਫੁਰਮਾਨ ਹੈ, ਭਲਕੇ ਉੱਠ ਪਪੋਲੀਐ ਬਿਨ ਬੁੱਝੇ ਮੁਗਧ ਅਜਾਨ, ਸੋ ਪ੍ਰਭ ਚਿਤ ਨ ਆਇਓ ਛੁਟੈ ਗੀ ਬੇਵਾਣ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੋਰਠ ਰਾਗ ਦੇ ਵਿੱਚ ਫੁਰਮਾਨ ਕਰਦੇ ਹਨ, ਅਰੇ ਨਰ ਕਾਹੇ ਪਪੋਰਹੁ ਦੇਹੀ, ਊਡ ਜਾਏਗੋ ਧੂਮ ਬਾਦਰੋ, ਇਕ ਭਾਜੋ ਰਾਮ ਸਨੇਹੀ। ਮਹਾਰਾਜ ਜੀ ਫੁਰਮਾਨ ਕਰਦੇ ਹਨ, ਉਹ ਮਨੁੱਖਾ ਕਾਹਦੇ ਵਾਸਤੇ ਇਸ ਦੇਹੀ ਨੂੰ ਪਾਲਦਾ, ਕਾਹਦੇ ਵਾਸਤੇ ਇਸ ਦੇਹੀ ਤੇ ਇੰਨੀ ਡੈਕੋਰੇਸ਼ਨ ਕਰਦਾ, ਬਿਊਟੀ ਪਾਰਲਰ ਕਰਦਾ, ਕਾਹਦੇ ਵਾਸਤੇ ਇਸ ਦੇਹੀ ਨੂੰ ਚਮਕਾਉਣਾ ਕਰਦਾ। ਮਹਿੰਗੀਆਂ ਮਹਿੰਗੀਆਂ ਸਾਬਣਾ, ਤੇਲ, ਕਰੀਮਾਂ, ਪਾਊਡਰ, ਕਿੰਨਾ ਸਮਾਨ ਤੂੰ ਇਸ ਦੇਹੀ ਨੂੰ ਸ਼ਿੰਗਾਰਨ ਵਾਸਤੇ ਸੈਂਟ ਆਦਿਕ ਲਾਉਣਾ। ਮਹਾਰਾਜ ਜੀ ਫੁਰਮਾਨ ਕਰਦੇ ਹਨ, ਊਡ ਜਾਏਗੋ ਧੂਮ ਬਾਦਰੋ। ਧੂਮ ਬਾਦਰ ਦਾ ਮਤਲਬ ਹੈ ਧੂਏ ਦਾ ਬੱਦਲ। ਬਾਦਰ ਮਹਾਰਾਜ ਜੀ ਗੁਰਬਾਣੀ 'ਚ ਬੱਦਲ ਨੂੰ ਕਹਿੰਦੇ ਨੇ। ਕਹਿੰਦੇ ਇਹ ਇੱਕ ਦਿਨ ਧੂਏ ਦਾ ਬੱਦਲ ਹੈ ਨਾ ਤੇਰੇ ਸਰੀਰ ਵਾਲਾ, ਇਹ ਉੱਡ ਜਾਵੇਗਾ। ਹੁਣ ਆਪਾਂ ਦੇਖਿਆ ਨਾ, ਆਪਣੇ ਕਈ ਵਾਰੀ ਆਪਣੇ ਬੱਚੇ ਚੜ੍ਹਾਈ ਕਰ ਜਾਂਦੇ ਨੇ, ਇੰਨੇ ਸੋਹਣੇ ਸਰੀਰ ਹੁੰਦੇ ਨੇ, ਸੰਸਕਾਰ ਕਰਦੇ ਆ ਤੇ ਉਹ ਧੂਏ ਦੇ ਵਿੱਚ ਉੱਡ ਜਾਂਦੇ ਨੇ। ਤੇ ਇਸ ਤਰ੍ਹਾਂ ਜਿਹੜੇ ਸਾਡੇ ਭੈਣਾਂ ਭਰਾਈਆਂ ਦੇ ਸਰੀਰ ਅਸੀਂ ਸੰਸਕਾਰ ਕਰੇ, ਉਹ ਵੀ ਧੂਏ ਦੀ ਤਰ੍ਹਾਂ ਉੱਡ ਗਏ। ਮਹਾਰਾਜ ਜੀ ਫੁਰਮਾਨ ਕਰਦੇ ਹਨ, ਇੱਕ ਭਾਜੋ ਰਾਮ ਸਨੇਹੀ। ਬਸ ਇੱਕ ਵਾਹਿਗੁਰੂ ਅਕਾਲ ਪੁਰਖ ਨੂੰ ਸਿਮਰਨਾ ਕਰੋ, ਕਿਉਂਕਿ ਇਸ ਤੋਂ ਬਿਨਾਂ, ਪਰਮਾਤਮਾ ਤੋਂ ਬਿਨਾਂ ਤੇਰੀ ਗਤ ਨਹੀਂ ਹੋਵੇਗੀ। ਪਾਤਸ਼ਾਹ ਜੀ ਫੁਰਮਾਨ ਕਰਦੇ ਹਨ, ਸੰਜੋਗ ਵਿਜੋਗ ਮੇਰਾ ਪ੍ਰਭ ਕੀਏ, ਸ੍ਰਿਸ਼ਟ ਉਪਾਏ ਦੁੱਖਾਂ ਸੁਖ ਦੀਏ। ਸੰਜੋਗ ਤੇ ਵਿਜੋਗ ਵਾਹਿਗੁਰੂ ਨੇ ਬਣਾਏ ਹਨ। ਚੰਗੇ ਜੁੜ ਜਾਣਾ ਕੋਈ ਚੀਜ਼ ਸੰਜੋਗ ਹੈ, ਵਿਛੜ ਜਾਣਾ ਕੋਈ ਚੀਜ਼ ਵਿਜੋਗ ਹੈ। ਇਹ ਪ੍ਰਮਾਤਮਾ ਵਾਹਿਗੁਰੂ ਅਕਾਲ ਪੁਰਖ ਨੇ ਕਿਰਪਾ ਕਰਕੇ ਕੀਤੇ ਹਨ। ਮਹਾਰਾਜ ਜੀ ਫੁਰਮਾਨ ਕਰਦੇ ਹਨ, ਸੰਜੋਗ ਵਿਜੋਗ ਦੋਏ ਕਾਰ ਚਲਾਵਹਿ, ਲੇਖੇ ਆਵਹਿ ਭਾਗ। ਇਹ ਤੇਰੀ ਜਿਹੜੀ
ਸ੍ਰਿਸ਼ਟੀ ਦੀ ਕਾਰ ਹੈ ਨਾ, ਸੰਜੋਗ ਤੇ ਵਿਜੋਗ ਦੋਨੇ ਚਲਾ ਰਹੇ ਹਨ। ਸਰਣ ਸਮਰੱਥ ਅਗੋਚਰ ਸੁਆਮੀ, ਉਦਰ ਨਾਨਕ ਪ੍ਰਭ ਅੰਤਰ ਜਾਮੀ। ਇਹ ਅਗੋਚਰ ਇੰਦਰੀਆਂ ਦੇ ਅਵਿਸ਼ੇ ਸੁਆਮੀ ਮਾਲਕ, ਤੂੰ ਸਰਣ ਆਇਆਂ ਦੀ ਰੱਖਿਆ ਕਰਨ ਨੂੰ ਸਮਰੱਥ ਹੈ। ਸਤਿਗੁਰੂ ਜੀ ਫੁਰਮਾਨ ਕਰਦੇ ਹਨ ਕਿ ਅੰਧੇ ਅੰਤਰਜਾਮੀ ਪ੍ਰਭੂ ਮਾਲਕ, ਤੂੰ ਸਾਨੂੰ ਸੰਸਾਰ ਸਮੁੰਦਰ ਤੋਂ ਉਧਰ ਤਾਰਨਾ ਕਰ, ਕਿਉਂਕਿ ਅਸੀਂ ਤੇਰੀ ਸ਼ਰਨ ਦੇ ਵਿੱਚ ਹਾਂ। ਤੇ ਤੂੰ ਸਾਨੂੰ ਕਿਰਪਾ ਕਰਕੇ ਜਿਹੜੀਆਂ ਸਾਡੀਆਂ ਆਦਤਾਂ ਨੇ ਉਹਨਾਂ ਨੂੰ ਵੀ ਮਿਟਾ ਦੇ, ਤੇ ਅਸੀਂ ਮਾੜੇ ਕਾਰਜ ਕਰਦੇ ਹਾਂ ਉਹਨਾਂ ਨੂੰ ਵੀ ਨਾਸ਼ ਕਰ ਦੇ, ਤੇ ਸਾਨੂੰ ਕਿਰਪਾ ਕਰਕੇ ਆਪਣੇ ਚਰਨਾਂ ਦੇ ਨਾਲ ਜੋੜ ਕਰਕੇ ਨਾਮ ਸਿਮਰਨ ਦੀ ਦਾਤ ਦੇਣਾ ਕਰ ਜੀ। ਸੋ ਇੱਥੇ ਅੱਜ ਦਾ ਜੋ ਹੁਕਮਨਾਮਾ ਹੈ ਇਸ ਦੀ ਵਿਚਾਰ ਸਮਾਪਤ ਹੈ। ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਸ਼ਹੀਦਾਂ ਦੇ ਸਰਤਾਜ, ਜਿਨ੍ਹਾਂ ਨੇ ਮਨੁੱਖਾ ਜ਼ਿੰਦਗੀ ਦੇ ਵੱਲ ਮਨੁੱਖ ਨੂੰ ਝਾਤ ਮਰਵਾਈ ਹੈ ਕਿ ਭਾਈ ਜੇ ਤੂੰ ਇੱਥੇ ਜ਼ਿੰਦਗੀ ਲੈ ਕਰਕੇ ਆਇਆ, ਜਨਮ ਮਿਲਿਆ ਤੈਨੂੰ ਮਨੁੱਖਾ ਬੜਾ ਅਮੋਲਕ ਹੈ, ਇਸ ਅਮੋਲਕ ਜਨਮ ਨੂੰ ਸਾਂਭਣਾ ਕਰ ਤੇ ਇਹਦੀ ਕੀਮਤ ਪਾਉਣਾ ਕਰ, ਕਿਉਂਕਿ ਨਹੀਂ ਤਾਂ ਫਿਰ ਰਾਣਾ ਰਾਓ ਨਾ ਕੋ ਰਹਿ, ਰੰਗ ਨਾ ਤੁੰਗ ਫਕੀਰ, ਬਾਰੀ ਆਪੋ ਆਪਣੀ ਕੋਏ ਨਾ ਬੰਧੈ ਤੀਰ। ਨਹੀਂ ਤਾਂ ਫਿਰ ਆਪਣੀ ਬਾਰੀ ਮੁਤਾਬਕ ਤਾਂ ਆਪਾਂ ਨੇ ਇੱਥੋਂ ਸਾਰਿਆਂ ਨੇ ਚਲਿਆ ਜਾਣਾ, ਪਰ ਜਿਹੜੇ ਇੱਥੇ ਮਨੁੱਖਾ ਜਨਮ ਦੇ ਵਿੱਚ ਕੁਝ ਖੱਟ ਕੇ ਜਾਂਦੇ ਹਨ ਉਹਨਾਂ ਦੇ ਮਨੁੱਖਾ ਜਨਮ ਦੀ ਕੀਮਤ ਪੈ ਜਾਂਦੀ ਹੈ। ਸੋ ਆਓ ਸਤਿਗੁਰੂ ਜੀ ਦੇ ਚਰਨਾਂ 'ਚ ਅਰਦਾਸਾਂ ਬੇਨਤੀਆਂ ਜੋਦੜੀਆਂ ਕਰਦੇ ਹਾਂ ਕਿ ਹੇ ਗਰੀਬ ਨਿਵਾਜ, ਕਿਰਪਾ ਕਰਕੇ ਜੇ ਆਪ ਜੀ ਨੇ ਸਾਨੂੰ ਮਨੁੱਖਾ ਜਨਮ ਦੀ ਬਖਸ਼ਿਸ਼ ਕੀਤੀ ਹੈ ਤਾਂ ਇਸ ਦੇ ਵਿੱਚ ਸਾਨੂੰ ਨਾਮ ਸਿਮਰਨ ਦੀ ਵੀ ਬਖਸ਼ਿਸ਼ ਕਰਨਾ ਕਰ। ਸੋ ਆਓ ਸਾਡੀ ਭੈਣ ਬੀਬੀ ਮਹਿੰਦਰ ਕੌਰ ਵੱਲੋਂ